गुड मॉर्निंग एवरीवन। सो ਅਸੀਂ ਮਾਸਟਰ ਕੇਡਰ ਪੰਜਾਬ ਮੈਥਮੈਟਿਕਸ ਦੀ ਜਿਹੜੀ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਉਹਦੇ ਵਿੱਚ ਸਾਡਾ ਫਸਟ ਟੌਪਿਕ ਚੱਲ ਰਿਹਾ ਸੀ ਮੈਟ੍ਰਿਸਸ ਐਂਡ ਡਿਟਰਮੀਨੈਂਟ। ਉਸ ਸੀਰੀਜ਼ ਨੂੰ ਅਸੀਂ ਕੰਟੀਨਿਊਸ ਕਰਦੇ ਹੋਏ ਅੱਜ ਸਾਡਾ ਜਿਹੜੀ ਥਰਡ ਲੈਕਚਰ ਹੈ ਉਹ ਅਸੀਂ ਕਰਨ ਜਾ ਰਹੇ ਹਾਂ। ਅਸੀਂ ਪਹਿਲੇ ਦੋ ਲੈਕਚਰਸ ਦੇ ਵਿੱਚ ਮੈਟ੍ਰਿਸਸ ਦੇ ਬਾਰੇ ਕੀਤਾ ਹੈ, ਮੈਟ੍ਰਿਸ ਦੀਆਂ ਟਾਈਪ ਕੀਤੀਆਂ ਨੇ, ਉਹਨਾਂ ਨਾਲ ਰਿਲੇਟਡ ਕੁਝ ਰਿਜ਼ਲਟ ਕੀਤੇ ਨੇ। ਅੱਜ ਅਸੀਂ ਜਿਹੜਾ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ ਉਹ ਡਿਟਰਮੀਨੈਂਟ ਹੈ। ਨਾਓ ਵਾਟ ਇਜ਼ ਡਿਟਰਮੀਨੈਂਟ? डिटर्मिनेंट की है we associate a number to matrix, we associate a number to a matrix which is called determinant। determinant एक नंबर है। determinant फाइंड करने का मेथड की है। मोस्ट ਤੁਹਾਡੇ ਵਿੱਚ ਸਟੂਡੈਂਟਸ ਨੂੰ ਡਿਟਰਮੀਨੈਂਟ ਆਉਂਦੇ ਹੋਏਗਾ, ਸਿਰਫ ਆਪਾਂ ਇੱਕ ਇੱਥੇ ਰਿਵੀਜ਼ਨ ਕਰ ਰਹੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਡਿਟਰਮੀਨੈਂਟ ਹੁੰਦਾ ਹੈ 2 × 2 ਆਰਡਰ ਦਾ। ਸਪੋਜ਼ we have a matrix A B C D। फर्स्ट थिंग ਜਿਹੜੀ ਤੁਸੀਂ ਯਾਦ ਰੱਖਣੀ ਹੈ, ਮੈਟ੍ਰਿਕਸ ਤੇ ਡਿਟਰਮੀਨੈਂਟ ਦੇ ਸਾਈਨ 'ਚ ਡਿਫਰੈਂਸ ਹੈ। ਇਹ ਮੈਟ੍ਰਿਕਸ ਦਾ ਸਾਈਨ ਹੈ, ਜਦੋਂ ਅਸੀਂ ਡਿਟਰਮੀਨੈਂਟ ਫਾਈਂਡ ਕਰਨਾ ਹੈ ਡਿਟਰਮੀਨੈਂਟ ਦਾ ਸਾਈਨ ਹੈ, ਜਾਂ ਅਸੀਂ DET मतलब डेट ए भी लिख देने हैं। एट डिटरमिनेंट का साइन है मैट्रिक्स का। सो इसी तरह इतने भी साइन चेंज होएगा ए बी सी डी। एक ही है डिटरमिनेंट। मैट्रिक्स के डिटरमिनेंट के साइन च डिफरेंस है। मैट्रिक्स में ਅਸੀਂ ਇਸ ਤਰ੍ਹਾਂ ਲਿਖ ਲੈਂਦੇ ਆ, ਜਾਂ ਮੈਟ੍ਰਿਕਸ ਨੂੰ ਅਸੀਂ ਲੌਂਗ ਬ੍ਰੈਕਟ ਦੇ ਵਿੱਚ ਵੀ ਲਿਖ ਲੈਂਦੇ ਆ ए बी सी। ਇਹ ਮੈਟ੍ਰਿਕਸ ਹੈ, ਇਹ डिटरमिनेंट है। ਨਾਓ डिटरमिनेंट ਕਿਵੇਂ ਫਾਈਂਡ ਕਰਨਾ? ਅਸੀਂ ਦੋ ਆਰਡਰ ਦਾ ਸਿੰਪਲ ਮੈਥਡ ਹੈ A into D minus ਜਦੋਂ ਅਸੀਂ C ਨੂੰ B ਨਾਲ ਮਲਟੀਪਲਾਈ ਕਰਾਂਗੇ ਤੇ ਮਾਈਨਸ ਦਾ ਸਾਈਨ ਵੀ ਸਾਡੇ ਕੋਲ ਆਏਗਾ। ਸੋ ਇਹ ਸਿੰਪਲ ਮੈਥਡ ਹੈ 2 × 2 ਆਰਡਰ ਦਾ ਡਿਟਰਮੀਨੈਂਟ ਫਾਈਂਡ ਕਰਨ ਦਾ। ਫੋਰ ਐਗਜ਼ਾਮਪਲ ਤੁਸੀਂ ਡਿਟਰਮੀਨੈਂਟ ਫਾਈਂਡ ਕਰਨਾ ਹੈ ਮੈਟ੍ਰਿਕਸ A ਦਾ। ਮੈਟ੍ਰਿਕਸ A is equal to 1 2 minus 1 3। now determinant will be equal to 3 into 1 3 minus 2 which is 3 plus 2 is equal to 4। so very easy to find। determinant ਤੁਸੀਂ find कर सकते हो easily। next सारे को जो concept होता है वो है minor and cofactors। सिंपल लैंग्वेज ਦੇ ਵਿੱਚ ਮਾਈਨਰ ਕਿਹਾ ਜਾਵੇ ਕਿਸੇ ਵੀ ਐਲੀਮੈਂਟ ਦਾ ਜਦੋਂ ਅਸੀਂ ਮਾਈਨਰ ਫਾਈਂਡ ਕਰ ਰਹੇ ਹਾਂ ਮੈਟ੍ਰਿਕਸ ਦੇ ਵਿੱਚ, ਉਸ ਮੈਟ੍ਰਿਕਸ ਦੀ ਰੋ ਤੇ ਕਾਲਮ ਨੂੰ ਡਿਲੀਟ ਕਰਕੇ ਜੋ ਸਾਡੇ ਕੋਲ ਬਾਕੀ ਸਭ ਮੈਟ੍ਰਿਕਸ ਬਚੀ ਹੈ ਉਹਨੂੰ ਅਸੀਂ ਸੋਲਵ ਕਰਾਂਗੇ। ਅਗਰ ਡਿਟਰਮੀਨੈਂਟ ਸੋਲਵ ਕਰ ਲਈਏ ਤੇ ਉਹ ਕੀ ਹੋ ਜਾਂਦਾ ਹੈ ਸਾਡੇ ਕੋਲ ਮਾਈਨਰ ਕਿਸੇ ਵੀ ਐਲੀਮੈਂਟ ਦਾ। ਫੋਰ ਐਗਜ਼ਾਮਪਲ ਸਾਡੇ ਕੋਲ ਮੈਟ੍ਰਿਕਸ ਹੈ A11 A12 A13 A21 A22 A23 A31 A32 A33। suppose we have to find the minor of 1 2। A12 ਦਾ ਮਾਈਨਰ ਫਾਈਂਡ ਕਰਨਾ ਅਸੀਂ ਕਿਵੇਂ ਕਰਾਂਗੇ? ਮਾਈਨਰ ਨੂੰ ਅਸੀਂ ਪਹਿਲੀ ਗੱਲ ਕੈਪੀਟਲ ਐਮ ਨਾਲ ਨੋਟ ਕਰਾਂਗੇ। ਜਿਹੜੀ ਸਬਸਕ੍ਰਿਪਟ ਹੈ ਸੇਮ ਰਹੇਗੀ, 1 2 ਦੀ 1 2 ਹੀ ਰਹੇਗੀ। M12 ਇਹ ਐਲੀਮੈਂਟ ਹੈ, ਇਹ ਰੋ ਅਸੀਂ ਡਿਲੀਟ ਕਰ ਦਾਂਗੇ, ਇਹ ਕਾਲਮ ਅਸੀਂ ਡਿਲੀਟ कर देंगे। ਸਾਡੇ ਕੋਲ नेक्स्ट भी बचेगा A21 A23 A31 A33। ਸੋ ਕਾਲਮ ਤੇ ਰੋ ਨੂੰ ਕੋਰਸਪੋਂਡਿੰਗ ਕੋਡ ਕਾਲਮ ਤੇ ਰੋ ਨੂੰ ਡਿਲੀਟ ਕਰਨ ਤੋਂ ਬਾਅਦ ਇਹ ਸਾਡੇ ਕੋਲ ਸਭ ਮੈਟ੍ਰਿਕਸ ਬਚੀ ਹੈ ਉਹਨੂੰ ਸੋਲਵ ਕਰ ਰਹੇ ਨੇ। ਸਾਡੇ ਕੋਲ ਕੀ ਆ ਜਾਂਦਾ ਹੈ? ਕਿਸੇ ਵੀ ਐਲੀਮੈਂਟ ਦਾ ਮਾਈਨਰ ਆ ਜਾਂਦਾ ਹੈ। ਸੋ ਇਹਦੇ ਵਿੱਚੋਂ ਅਸੀਂ ਕਿਸੇ ਵੀ ਐਲੀਮੈਂਟ ਦਾ ਜਿਹੜਾ ਮਾਈਨਰ ਹੈ ਫਾਈਂਡ ਕਰ ਸਕਦੇ ਹਾਂ। नेक्स्ट ਸਾਡੇ ਕੋਲ ਆ ਜਾਂਦਾ ਹੈ ਕੋਫੈਕਟਰ ਆਫ ਐਨ ਐਲੀਮੈਂਟ। ਕੋਫੈਕਟਰ ਨੂੰ ਅਸੀਂ ਕਿਵੇਂ ਡਿਨੋਟ ਕਰਦੇ ਹਾਂ? ਕੋਫੈਕਟਰ ਇਜ਼ ਇਕੁਅਲ ਟੂ AIJ। ਇਹ ਕਿਹਦੇ ਇਕੁਅਲ ਹੈ? ਕੋਫੈਕਟਰ ਆਫ AIJ। सबस्क्रिप्ट ये सेम रहेगी which is equal to माइनर जो कि ਅਸੀਂ फाइंड कर चुके हैं। ਸਾਨੂੰ पता है माइनर किਵੇਂ फाइंड करते हैं। माइनर फाइंड कर चुके हैं ना -1 ਦੀ पावर जो दी रोज की पोजीशन है जो कॉलम की पोजीशन है
मीनस आई प्लस जे जो आप कह सकते हैं कोफैक्टर इज -1 रेज पावर आई प्लस जेथ इनटू एम आई जे माइनर ऑफ दैट एलिमेंट। सो किसी भी एलिमेंट का कोफैक्टर है ਉਹਦੇ माइनर ਦੀ -i ਦੀ ਪਾਵਰ i + j टाइम ਜਿਹੜੀ वैल्यू है वो ਹੁੰਦੀ है। Now for example suppose we have a matrix A is equal to 1 0 2 3 -1 5 7 8 0 and we have to find the cofactor of 3. Now firstly 3 is element, second row first column. Now we have to find minor of 2 1 ए कॉलम सिंपल कर देंगे ए रूट डी2 की साइड पर माइनर आएगा 0 2 8 0 which is equal to 0 -16 क्योंकि 2 ऑर्डर का डिटरमिनेंट ਅਸੀਂ ਜਿਹੜਾ ਸੋल्व करना वो सीख रहे हैं which is equal to -16. now cofactor of a21 means cofactor of 3 which is equal to -1 raised power ith पोजीशन मींस रो की पोजीशन है जो प्लस jth पोजीशन जो कॉलम की पोजीशन है -1 रेज़ पावर 3 इनटू माइनर माइनस सारे को आ गया सी -16 -1 रेज़ पावर 3 -1 इनटू -16 व्हिच इज इक्वल टू 16। सो ਅਸੀਂ ਕਿਸੇ भी एलिमेंट का माइनर कोफैक्टर फाइंड कर सकते हैं। साडा जो सिलेबस है मास्टर किट का ਉਹਦੇ ਵਿੱਚ ਉਹਨਾਂ ਰਿਸਟ੍ਰਿਕਟ ਕੀਤਾ ਹੈ ਕਿ 3x3 ਆਰਡਰ ਤੱਕ ਹੈ ਬਟ ਤੁਸੀਂ ਅੱਗੇ ਹਾਇਰ ਕਲਾਸਿਸ ਦੇ ਵਿੱਚ ਗ੍ਰੈਜੂਏਸ਼ਨ ਦੇ ਵਿੱਚ ਦੇਖਿਆ ਹੈਗਾ ਅਸੀਂ ਇਸ ਤੋਂ ਅੱਗੇ ਵੀ ਜਿਹੜੇ ਆਰਡਰ ਨੇ 4x4 5x5 ਉਹਨਾਂ ਦੇ ਵੀ ਮਾਈਨਰ ਤੇ ਕੋਫੈਕਟਰ फाइंड कर सकते हैं। सो माइनर ते कोफैक्टर ਦੇ ਬੇਸਡ ਇੱਕ ਬੜਾ ਹੀ ਇੰਪੋਰਟੈਂਟ ਰਿਜ਼ਲਟ ਬਣਦਾ ਹੈ ਤਾਂ ਡਿਟਰਮੀਨੈਂਟ ਤੇ ਕੋਫੈਕਟਰ ਆਪਸ ਦੇ ਵਿੱਚ ਰਿਲੇਟ ਕਿਵੇਂ ਕਰਦੇ ਨੇ ਅਸੀਂ ਇਹ ਜ਼ਰੂਰ ਦੇਖਾਂਗੇ। ਇਹਦੇ ਨਾਲ ਬੇਸ ਤੁਹਾਨੂੰ 1 ਮਾਰਕਸ ਦੇ ਕੁਐਸਚਨ ਵੀ ਜਿਹੜਾ ਪੇਪਰ ਦੇ ਵਿੱਚ ਆ ਸਕਦਾ ਹੈ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਹੈ ਤੁਸੀਂ ਕੋਫੈਕਟਰਸ ਨੂੰ ਯੂਜ਼ ਕਰਕੇ ਡਿਟਰਮੀਨੈਂਟ ਕਿਵੇਂ ਫਾਈਂਡ ਕਰਨਾ ਹੈ। ਸੋ ਉਸ ਦੇ ਨਾਲ ਹੀ ਆਪਾਂ ਫਿਰ 3x3 ਆਰਡਰ ਦਾ ਡਿਟਰਮੀਨੈਂਟ ਹੈ ਉਹ ਵੀ ਸੋਲਵ ਕਰਨਾ ਸਿੱਖ ਲਾਂਗੇ ਕਿ ਅਸੀਂ ਕਿਸੇ ਆਰਡਰ 3x3 ਆਰਡਰ ਦੀ ਮੈਟ੍ਰਿਕਸ ਹੈ ਉਹਦਾ ਡਿਟਰਮੀਨੈਂਟ ਕਿਵੇਂ ਫਾਈਂਡ ਕਰਦੇ ਹਾਂ। सपोज ਸਾਡੇ ਕੋਲ ਜੋ ਜਨਰਲ ਮੈਟ੍ਰਿਕਸ ਹੈ A11 A12 A13 A21 A22 A23 A31 A32 A33 सो सिंपली जे ਅਸੀਂ ਇਸ ਮੈਟ੍ਰਿਕਸ ਦਾ ਡਿਟਰਮੀਨੈਂਟ ਫਾਈਂਡ ਕਰਨਾ ਹੈ ਉਹ ਫਾਈਂਡ ਕਰਨ ਦਾ ਮੈਥਡ ਕੀ ਹੈ ਅਸੀਂ ਕੀ ਕਰਦੇ ਹਾਂ किसी भी एक रो या किसी भी एक कॉलम के अकॉर्डिंग ਅਸੀਂ ਇਹਨੂੰ ਐਕਸਪੈਂਡ ਕਰ ਸਕਦੇ ਹਾਂ। ਜਿਹੜਾ 3x3 ਦਾ ਡਿਟਰਮੀਨੈਂਟ ਹੈ ਉਹਨੂੰ ਅਸੀਂ 2x2 ਦੇ ਡਿਟਰਮੀਨੈਂਟ ਦੇ ਵਿੱਚ ਬ੍ਰੇਕ ਕਰ ਲਾਂਗੇ ਕਿਉਂਕਿ ਸਾਨੂੰ 2x2 ਦਾ ਡਿਟਰਮੀਨੈਂਟ ਜਿਹੜਾ ਹੈ ਸੋਲਵ ਕਰਨਾ ਆ ਗਿਆ ਹੈ। ਸੋ ਉਹ ਅਸੀਂ ਕਿਵੇਂ ਕਰਦੇ ਹਾਂ A1 ਸਪੋਜ਼ ਅਸੀਂ ਅਕੋਰਡਿੰਗ ਟੂ ਫਸਟ ਰੋ ਜਿਹੜੀ ਹੈ ਉਹਦੇ ਅਕੋਰਡਿੰਗ ਅਸੀਂ ਐਕਸਪੈਂਡ ਕਰਨ ਲੱਗੇ ਹਾਂ A11 -1 raised power position 1 + 1 ith row jth column first row first column ठीक है ए रो ਨੂੰ ਤੇ ਕਾਲਮ ਨੂੰ ਅਸੀਂ एलिमिनेट करके जो ਸਾਡੇ ਕੋਲ ਬਾਕੀ ਬਚਿਆ ਹੈ ਉਹਨੂੰ ਡਿਟਰਮੀਨੈਂਟ ਦੀ ਫਾਰਮ 'ਚ ਲਿਖ ਲਾਂਗੇ A22 A32 A23 A33 नेक्स्ट प्लस A12 -1 ਦੀ ਪਾਵਰ फर्स्ट रो सेकंड कॉलम ਅਸੀਂ ਜਿਹੜੇ ਰੋ ਜਾਂ ਕਾਲਮ ਦੇ ਅਕੋਰਡਿੰਗ ਐਲੀਮੈਂਟ ਲੈ ਕੇ ਚੱਲ ਰਹੇ ਹਾਂ ਉਸੇ ਅਕੋਰਡਿੰਗ ਹੀ ਅਸੀਂ -1 ਦੀ ਪਾਵਰ ਬਣਾਵਾਂਗੇ। ਸੋ 1 2 ਮੀਨਸ ਅਸੀਂ ਇਹ ਕਾਲਮ ਇਹ ਰੋ ਛੱਡਤੀ ਸਾਡੇ ਕੋਲ ਕੀ ਬਚ ਗਿਆ ਹੈ A21 A31 A23 A33 नेक्स्ट A13 -1 रेज़ पावर 1 + 3 ए कॉलम ए रो ਅਸੀਂ एलिमिनेट ਕੀਤਾ ਸਾਡੇ ਕੋਲ ਕੀ ਬਚੇਗਾ A21 A22
A31 A32 ਇਹ ਡਿਟਰਮੀਨੈਂਟ ਹੈ 3 क्रॉस 3 ਆਰਡਰ ਦਾ। ਇਹ ਤੁਸੀਂ ਸਾਰਿਆਂ ਨੇ ਸੋਲਵ ਕਰਨਾ ਸਿੱਖਿਆ ਹੋਵੇਗਾ ਪਲੱਸ 2 ਕਲਾਸ ਵਿੱਚ, ਮੋਸਟਲੀ ਤਾਂ ਸਾਰੇ ਸਟੂਡੈਂਟਸ ਨੂੰ ਆਉਂਦਾ ਵੀ ਹੋਵੇਗਾ। ਸੋ ਇੱਥੇ ਜੇ ਇੱਕ ਰਿਜ਼ਲਟ ਬਣਦਾ ਹੈ ਜਿਹਨੂੰ ਅਸੀਂ ਹੁਣੇ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਦੇਖੋ ਕਿਵੇਂ ਬਣ ਜਾਏਗਾ, ਜੇ ਤੁਸੀਂ ਧਿਆਨ ਨਾਲ ਦੇਖੋ ਇਹ ਸਾਡੇ ਕੋਲ A11 ਦਾ ਮਾਈਨਰ ਬਣ ਰਿਹਾ ਹੈ। ਇਸ ਤਰ੍ਹਾਂ ਅਸੀਂ ਡਿਟਰਮੀਨੈਂਟ ਸੋਲਵ ਕਰ ਲਿਆ, ਡਿਟਰਮੀਨੈਂਟ ਆਫ A ਸੋਲਵ ਕਰ ਲਿਆ। ਹੁਣ ਅਸੀਂ ਨੈਕਸਟ ਇਸ ਤੋਂ ਰਿਜ਼ਲਟ ਜਿਹੜਾ ਹੈ ਉਹ ਬਣਾਉਣ ਜਾ ਰਹੇ ਕਿ ਰਿਜ਼ਲਟ ਕਿਵੇਂ ਮਿਲੇਗਾ। ਇਹ ਕੀ ਹੈ, A11 ਦਾ ਮਾਈਨਰ ਬਣ ਗਿਆ ਐਕਚੁਅਲੀ, ਮਾਈਨਰ ਆਫ 1 ਸਿਮਿਲਰਲੀ ਇਹ ਬਣ ਗਿਆ ਮਾਈਨਰ ਆਫ 1 2। this is equal to minor of 1 3। now minus 1 raised power 1 plus 1 means minus 1 raised power 1 plus 1, minus 1 raised power 1 plus 2, minus 1 raised power 1 plus 3। ठीक है, now सारे को एलिमेंट ने A11 plus A12 plus A13। सो ए एलिमेंट को जे तुसी ऑब्जर्व करो ते तुहानू पता लगेगा कि दिस इज कोफैक्टर ऑफ 1 1। सिमिलरली दिस इज कोफैक्टर ऑफ 1 2 and this is cofactor of 1 3। A11 A12 A13 which is equal to determinant of A। सो साडे कोल जिहड़ा रिजल्ट बन के आ गया वो ये है कि किसी भी मैट्रिक्स का जे ਅਸੀਂ डिटरमिनेंट फाइंड करना है ਉਹਦੀ ਕਿਸੇ ਇੱਕ रो, क्योंकि ਅਸੀਂ फर्स्ट रो ਦੇ ਅਕੋਰਡਿੰਗ ਚੱਲੇ ਹਾਂ, ਕਿਸੇ ਇੱਕ रो ਜਾਂ ਕਿਸੇ ਇੱਕ ਕਾਲਮ ਨੂੰ ਲੈ ਕੇ ਅਸੀਂ ਉਹਦੇ ਕਾਲਮ ਜਾਂ रो ਐਲੀਮੈਂਟ ਨੂੰ ਉਹਨਾਂ ਦੇ ਹੀ ਕੋਰਸਪੋਂਡਿੰਗ ਕੋਫੈਕਟਰਸ ਦੇ ਨਾਲ ਮਲਟੀਪਲਾਈ ਕਰਦੀ ਹੈ। ਡਿਟਰਮੀਨੈਂਟ ਹੋ ਜਾਂਦਾ, ਦੇਖੋ फर्स्ट एलिमेंट A11 इसे दा कोफैक्टर प्लस सेकंड एलिमेंट A12 इसे दा कोफैक्टर प्लस थर्ड एलिमेंट A13 इसे दा कोफैक्टर। सो दिस इज इक्वल टू डिटरमिनेंट ऑफ A। सो डिटरमिनेंट ऑफ A सिर्फ ये इक्वल नहीं होएगा, सपोज ਅਸੀਂ फर्स्ट कॉलम ਦੇ अकॉर्डिंग जाने हैं A11 कोफैक्टर ऑफ A11, A21 कोफैक्टर ऑफ A21, A31 कोफैक्टर ऑफ A31, ये भी डिटरमिनेंट होएगा। सो किसी भी रो ਦੇ ਅਕॉर्डिंग किसी भी कॉलम ਦੇ ਅਕॉर्डिंग ਤੁਸੀਂ एलिमेंट्स ਨੂੰ ਕੋਰਸਪੋਂਡਿੰग ਕੋਫੈक्टर ਨਾਲ ਮਲਟੀਪਲਾਈ ਕਰਕੇ ਪਲੱਸ ਕਰੋ, ਉਹਨਾਂ ਦਾ ਸਮ ਲਾਓਗੇ ਤੇ ਉਹ डिटरमिनेंट ਹੀ ਹੋਏਗਾ। ਸੋ ਇੱਕ ਰਿਜ਼ਲਟ ਤੋਂ ਹੋਰ ਬਣ ਜਾਂਦਾ ਹੈ, ਜੇ ਤੇ ਤੁਸੀਂ ਕੋਰਸਪੋਂਡਿੰਗ ਕੋਫੈक्टर्स ਲੈਂਦੇ ਹੋ ਉਹ ਹਮੇਸ਼ਾ डिटरमिनेंट ਆਏਗਾ। ਜੇ ਤੁਸੀਂ ਕੋਰਸਪੋਂਡਿੰਗ ਨੂੰ ਛੱਡ ਕੇ ਕਿਸੇ ਅਦਰ रो ਜਾਂ ਕਾਲਮ ਦੇ कोफैक्टर ਨਾਲ ਮਲਟੀਪਲਾਈ ਕਰਦੇ ਹੋ ਤੇ ਉਹ ਹਮੇਸ਼ਾ 0 ਹੋ ਜਾਏਗਾ। फॉर एग्जांपल A11 A12 plus A13 means फर्स्ट रो, इन्हें मैं सेकंड रो या थर्ड रो किसी एक रो दे कोफैक्टर्स ਨਾਲ ਮਲਟੀਪਲਾਈ ਕਰਾਂ A21 A22 capital A23 then this will be equal to 0। similarly for A11 A31 A12 A32 plus A13 A33 this will be also equal to 0। सो जे ਦੇ ਅਸੀਂ ਕਿਸੇ रो ਦੇ ਜਾਂ ਕਾਲਮ ਦੇ ਐਲੀਮੈਂਟ ਨੂੰ ਉਹਨਾਂ ਦੇ ਕੋਰਸਪੋਂਡਿੰਗ ਕੋਫੈਕਟਰ ਨਾਲ ਮਲਟੀਪਲਾਈ ਕਰਦੇ ਹਾਂ then it will be equal to determinant of the matrix। बट जे ਅਸੀਂ ਕਿਸੇ ਅਦਰ रो ਜਾਂ ਕਾਲਮ ਨਾਲ ਕਰਦੇ ਹਾਂ, रो ਨੂੰ ਅਸੀਂ रो ਨਹੀਂ ਕਰਾਂਗੇ, ਜੇ ਅਸੀਂ ਕਾਲਮ ਐਲੀਮੈਂਟ ਲਵਾਂਗੇ ਫਿਰ ਕਿਸੇ ਹੋਰ ਦੂਸਰੇ ਕਾਲਮ ਦੇ ਕੋਫੈਕਟਰਸ ਨਾਲ ਕਰਾਂਗੇ then it will be equal to 0। ਸੋ ਇਹ ਜਿਹੜਾ ਤੁਹਾਡਾ 1 ਮਾਰਕਸ ਦਾ ਕੁਐਸਚਨ ਬਹੁਤ ਈਜ਼ੀਲੀ ਬਣ ਸਕਦਾ ਹੈ, ਤੁਹਾਡੇ ਐਗਜ਼ਾਮ ਦੇ ਵਿੱਚ ਆ ਵੀ ਸਕਦਾ ਹੈ। ਮੋਸਟਲੀ ਸ਼ਾਇਦ ਪਲੱਸ 2 ਕਲਾਸ ਦੇ ਐਗਜ਼ਾਮਸ ਦੇ ਵਿੱਚ ਐਮਸੀਕਿਊ ਦੇ ਵਿੱਚ ਕਾਫੀ ਵਾਰੀ ਪੁੱਛਿਆ ਵੀ ਜਾ ਚੁੱਕਾ ਹੈ। ਸੋ ਇਹ ਕੁਐਸਚਨ ਨੂੰ ਤੁਸੀਂ ਧਿਆਨ ਰੱਖਣਾ ਹੈ, ਇਹ ਜਿਹੜਾ ਰਿਜ਼ਲਟ ਨੇ ਦੋਵੇਂ ਰਿਜ਼ਲਟ ਤੁਸੀਂ ਯਾਦ ਰੱਖਣੇ ਨੇ। ਸੋ ਇਸ ਤੋਂ ਬਾਅਦ ਅਸੀਂ 3 ਆਰਡਰ ਦੀ ਜਿਹੜੀ ਮੈਟ੍ਰਿਕਸ ਹੈ ਉਹਦਾ ਡਿਟਰਮੀਨੈਂਟ ਸੋਲਵ ਕਰਨਾ ਸਿੱਖ ਲਿਆ ਕਿ ਡਿਟਰਮੀਨੈਂਟ ਕਿਵੇਂ ਸੋਲਵ ਹੋਏਗਾ। आई होप कि ਤੁਸੀਂ ਕੋਈ ਵੀ ਮੈਟ੍ਰਿਕਸ ਦਾ ਡਿਟਰਮੀਨੈਂਟ ਸੋਲਵ ਕਰ ਸਕੋਗੇ। ਸਪੋਜ਼ ਜਿਵੇਂ ਤੁਹਾਡੇ ਕੋਲ ਇੱਕ ਮੈਟ੍ਰਿਕਸ ਹੈ 1 2 3 -1 0 5 7 8 9, आई होप कि ਤੁਸੀਂ ਇਹਦਾ ਡਿਟਰਮੀਨੈਂਟ ਹੁਣ ਸੋਲਵ ਕਰ ਸਕਦੇ ਹੋ। ਤੁਸੀਂ ਸਾਰਿਆਂ ਨੇ ਲਗਭਗ ਕੀਤਾ ਵੀ ਹੋਵੇਗਾ।
फिर भी जे किसी स्टूडेंट ਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਹੋਵੇ ਤੇ ਤੁਸੀਂ ਕਮੈਂਟ ਸੈਕਸ਼ਨ 'ਚ ਲਿਖ ਸਕਦੇ ਹੋ। ਮੈਂ ਡਿਟਰਮੀਨੈਂਟ ਸੋਲਵ ਕਰਨ ਦੀ 3x3 ਆਰਡਰ ਦੀ ਇੱਕ ਅਲੱਗ ਤੋਂ ਵੀਡੀਓ ਤੁਹਾਡੇ ਲਈ ਬਣਾ ਕੇ ਅਪਲੋਡ ਕਰ ਦੇਵਾਂਗਾ। ਸੋ ਮੈਂ ਮੰਨ ਕੇ ਚੱਲ ਰਿਹਾ ਕਿ ਤੁਹਾਨੂੰ 3x3 ਦਾ ਆਰਡਰ ਦਾ ਜਿਹੜਾ ਡਿਟਰਮੀਨੈਂਟ ਹੈ ਉਹ ਸੋਲਵ ਕਰਨਾ ਆ ਗਿਆ ਹੈ। ਸੋ ਇਹਦੇ ਬੇਸ ਸਾਡੇ ਕੋਲ ਦੋ ਰਿਜ਼ਲਟ ਆਉਂਦੇ ਨੇ। मैट्रिक्स A is said to be singular if determinant of A is equal to 0, then matrix A is singular then what about non-singular? Non-singular matrix A is said to be non-singular if determinant of A is not equal to 0. If determinant of a matrix is 0, then matrix is singular. If determinant of a matrix is non-zero, then it is non-singular. So ਅਸੀਂ determinant ਦਾ base ਜਿਹੜੇ ਕੁਝ ਰਿਜ਼ਲਟ ਸੀ ਉਹ ਆਪਾਂ ਦੇਖ ਲਏ ਨੇ। determinant ਸੋਲਵ ਕਰਨਾ ਵੈਸੇ ਸਿੱਖ ਲਿਆ ਕਿ 3x3 ਦਾ determinant ਕਿਵੇਂ ਸੋਲਵ ਕਰਾਂਗੇ। ਸੋ 3x3 ਆਰਡਰ ਦਾ ਜਦੋਂ ਅਸੀਂ determinant ਸੋਲਵ ਕਰਨਾ ਸਿੱਖਿਆ ਹੈ ਇਹਦੇ ਬੇਸ ਇੱਕ ਐਪਲੀਕੇਸ਼ਨ ਹੈ ਜੋ ਤੁਹਾਡੇ ਸਿਲੇਬਸ ਦੇ ਵਿੱਚ ਜਿਹੜੀ ਹੈ ਮੈਂਸ਼ਨ ਕੀਤੀ ਹੋਈ ਹੈ। ਏਰੀਆ ਆਫ ਆ ਟ੍ਰਾਇੰਗਲ ਜਦੋਂ ਅਸੀਂ 2 ਡਾਈਮੈਂਸ਼ਨਲ ਪਲੇਨ ਦੇ ਵਿੱਚ ਕੋਆਰਡੀਨੇਟ ਪਲੇਨ ਦੇ ਵਿੱਚ x y ਨੂੰ ਪੜਿਆ ਹੈ। ਸਪੋਜ਼ ਤੁਹਾਡੇ ਕੋਲ ਕਿਸੇ ਵੀ ਟ੍ਰਾਇੰਗਲ ਦੇ ਕੋਆਰਡੀਨੇਟ ਦਿੱਤੇ ਹੋਏ ਨੇ, ਤੁਸੀਂ ਉਹਦਾ ਏਰੀਆ ਕਿਵੇਂ ਫਾਈਂਡ ਕਰੋਗੇ? ਪਹਿਲਾਂ ਆਪਾਂ ਫਾਰਮੂਲੇ ਦੀ ਗੱਲ ਕਰ ਲੈਂਦੇ ਹਾਂ। ਇਫ x1 y1 x2 y2 x3 y3 are vertices of a triangle, then area of triangle is equal to ਜਿਹੜੇ ਸਮ ਵਰਟਿਸਿਸ ਦਿੱਤੇ ਨੇ ਉਹਨਾਂ ਨੂੰ ਅਸੀਂ ਯੂਜ਼ ਕਰਾਂਗੇ x1 y1 x2 y2 x3 y3 ਤੇ ਥਰਡ ਕਾਲਮ ਅਸੀਂ ਕਿਵੇਂ ਬਣਾਵਾਂਗੇ 1 1 1 and 1 by 2 now multiply. Now this will be equal to area of a triangle using determinant. So determinant ਨੂੰ यूज करके ਅਸੀਂ ਜਿਹੜਾ ਵਾ ਏਰੀਆ ਕਿਵੇਂ ਸੋਲਵ ਕਰ ਸਕਦੇ ਹਾਂ। ਤਾਂ ਆਪਾਂ ਇੱਕ ਤਰੀਕੇ ਨਾਲ determinant ਦੀ ਐਪਲੀਕੇਸ਼ਨਸ ਵੀ ਕਹਿ ਸਕਦੇ ਹਾਂ। determinant ਨੂੰ यूज ਕਰਕੇ ਏਰੀਆ ਕਿਵੇਂ ਫਾਈਂਡ ਕਰਨਾ ਹੈ। ਸਪੋਜ਼ find the area of a triangle with vertices 1 0 0 1 3 5। ठीक है। सो एक ट्रायंगल है जिसका सी एरिया फाइंड करना है। नाउ सॉल्यूशन अकॉर्डिंग टू रिजल्ट एरिया ऑफ अ ट्रायंगल is equal to 1 by 2, first element 1 0, second element 0 1, third element 3 5 and third column 1 1 1। तो अपन सॉल्व करते हैं। वैसे तो सारे ट्रीटमेंट सॉल्व कर ही सकते हो, फिर भी अपन कोई एक सम अपन सॉल्व करके देख लेंगे। 1 1 1 5 1 मैं एक सम ਦਾ प्रॉपर कैलकुलेशन करके दे रहा हूं। आई होप कि ਤੁਹਾਨੂੰ फिर भी सारा को आती होगी। जेकर किसी स्टूडेंट्स को प्रॉब्लम है तो वो देख सकता है कि डिटरमिनेंट किਵੇਂ सॉल्व हो रहा है। 1 8 कॉलम ਦੇ ਰੋ ਨੂੰ ਆਪਾਂ ਐਲੀਮੀਨੇਟ ਕੀਤਾ 1 1 5 1 माइनस 0 0 3 1 1 plus 1 0 1 3 5 1 by 2 1 1 minus 5 minus 0 0 minus 3 plus 1 0 minus 3 1 by 2 1 into minus 4
minus 0 minus 3. So which is equal to 1 by 2 minus 7 is equal to minus 7 by 2. Now एक सर्कल प्रॉब्लम है, minus 7 by 2 एरिया ऑफ ट्राइंगल इज इक्वल टू माइनस 7 by 2. ਤੁਹਾਨੂੰ ਪਤਾ ਹੈ ਕਿ ਏਰੀਆ ਨੈਗੇਟਿਵ ਨਹੀਂ ਹੁੰਦਾ. ਸੋ ਇਸ ਫਾਰਮੂਲੇ ਵਿੱਚ ਇੱਕ ਹੋਰ ਚੀਜ਼ ਹੈ, ਜਦੋਂ ਅਸੀਂ ਇਹਨੂੰ ਸੋਲਵ ਕਰਨਾ ਹੈ ਉਸ ਤੋਂ ਬਾਅਦ ਅਸੀਂ ਇਹਦਾ ਮੋਡ ਜ਼ਰੂਰ ਲੈਣਾ ਹੈ, ਕਿਉਂਕਿ ਏਰੀਆ ਕਦੇ ਵੀ ਨੈਗੇਟਿਵ ਨਹੀਂ ਹੋ ਸਕਦਾ. ਸਪੋਜ਼ ਜਿਵੇਂ ਇਹ ਸੋਲਵ ਕੀਤਾ ਹੈ, ਇਹਦਾ ਸਾਡੇ ਕੋਲ ਮੋਡ ਆਏਗਾ. mod, so this will be equal to minus, cancel हो गया, 7 by 2 square units. So इस तरह ਅਸੀਂ using determinant area of triangle find कर सकते हैं. So ਇਹਦੇ ਨਾਲ ਸਮ ਤੁਸੀਂ ਕਾਫੀ ਬੁੱਕਸ ਦੇ ਵਿੱਚੋਂ ਮਿਲ ਜਾਣਗੇ, ਤੁਸੀਂ ਉਹ ਸੋਲਵ ਕਰੋ, ਟਰਾਈ ਕਰਕੇ ਦੇਖਿਓ ਕਿ ਏਰੀਆ ਆਫ ਟ੍ਰਾਇੰਗਲ ਅਸੀਂ ਕਿਵੇਂ ਫਾਈਂਡ ਕਰਨਾ ਹੈ. ਨੈਕਸਟ ਸਾਡੇ ਕੋਲ ਇਹਦੇ ਨਾਲ ਰਿਲੇਟਡ ਇੱਕ ਹੋਰ ਕੁਐਸਚਨ ਬਣ ਜਾਂਦਾ ਹੈ. ਜਦੋਂ ਵੀ ਅਸੀਂ ਏਰੀਆ ਆਫ ਟ੍ਰਾਇੰਗਲ ਦੀ ਗੱਲ ਕਰਦੇ ਹਾਂ 3 ਪੁਆਇੰਟਸ ਦੀ, ਤੇ ਕੋਲੀਨੀਅਰ ਪੁਆਇੰਟ ਦੀ ਜਿਹੜੀ ਗੱਲ ਹੈ ਉਹ ਆਬਵੀਅਸ ਉਹਦੇ ਨਾਲ ਹੀ ਕੀਤੀ ਜਾਏਗੀ, ਕਿਉਂਕਿ ਕੋਲੀਨੀਅਰ ਪੁਆਇੰਟ ਜਿਹੜੇ ਕਿਸੇ ਇੱਕ ਗਰੁੱਪ ਵਿੱਚ ਆਪਾਂ ਕਹੀਏ ਕਿ ਉਹ ट्रायंगल की फॉर्म तो ही बने होते हैं. हम थोड़ा जो हम डिस्कस करते हैं कि ट्रायंगल के कोलिनियर पॉइंट का एक्चुअल की रिलेशन है. सपोज दीज आर 3 पॉइंट्स. इस सारे को एक ट्रायंगल बन रही है. ट्रायंगल है ऑब्वियस है इसका एरिया जो होगा. मैं इस पॉइंट को पोजीशन को चेंज करना शुरू कर देना है. इसका एरिया थोड़ा डिक्रीज हो जाएगा. इन्हें होर चेंज कर देना है, एरिया को डिक्रीज हो जाएगा. पॉइंट को होर चेंज कर देना है, एरिया डिक्रीज हो जाएगा. पॉइंट होर आप थले ले आने हैं, एरिया होर डिक्रीज हो जाएगा. पॉइंट होर थले आ गया है, एरिया होर डिक्रीज हो जाएगा. सपोज पॉइंट को अपन जो थले लेके आ रहे हैं, पॉइंट इस लाइन के ऊपर ही लाइन कर गया है, देन एरिया की है 0 हो जाएगा. सो ये तो सारे को ये रिजल्ट बन जाएगा कि इफ 3 पॉइंट्स आर कोलिनियर देन एरिया ऑफ triangle formed by these 3 points is 0. So ਅਸੀਂ ਇਹ ਪ੍ਰੂਵ ਕਰਨਾ ਹੈ ਕਿ ਪੁਆਇੰਟ ਕੋਲੀਨੀਅਰ ਹੈ ਨੇ ਜਾਂ ਨਹੀਂ. ਅਸੀਂ ਕੀ ਕਰਾਂਗੇ, ਟ੍ਰਾਇੰਗਲ ਦੇ ਏਰੀਆ ਦਾ ਫਾਰਮੂਲਾ ਯੂਜ਼ ਕਰਾਂਗੇ. if area is equal to 0 then points are collinear. if area is not equal to 0 then points are not collinear. for example collinear points की गल कर रहे हैं. Check whether the points 2, 3, -1, 6 and 7 -2 are collinear. So we have to check whether these points are collinear. So simple है, असली इनका पॉइंट कोई भी बनी ट्रायंगल है उसका एरिया फाइंड करने की कोशिश करेंगे. if area is equal to 0 points are collinear. if area is not equal to 0 then points are not collinear. Now let area of triangle, जब से एरिया ऑफ ट्रायंगल नहीं लिखा है ना भी लिखो तो सिंपली सॉल्व करके चेक कर सकते हो कि पॉइंट जेडे ने कोलिनियर ने कि नहीं. सिंपली अपन रिजल्ट अप्लाई कर सकते हैं. 1 by 2 2 3 -1 6 7 -2 1 1 1. सो डिटरमिनेंट हम सॉल्व करना आएगा 2 6 +2 -3 -1 -7 +1 2 -42. 1 by 2 2 into 8
-3 इंटू -8 ये प्लस हो गया, 1 इंटू -40, 1/2 16, 24 -40, so which is equal to 1/2 40 -40 equal to 0. Now area of triangle formed by these 3 points is 0. Therefore these points are collinear. Okay, so by using determinant ਅਸੀਂ ਇਹ ਡਿਟਰਮਾਈਨ ਕਰ ਲਿਆ ਕਿ 3 ਪੁਆਇੰਟਸ ਜਿਹੜੇ ਨੇ ਕੋਲੀਨੀਅਰ ਨੇ ਕਿ ਨਹੀਂ। ਇਹ ਤੁਸੀਂ 10th ਕਲਾਸ ਚ ਡਿਸਟੈਂਸ ਫਾਰਮੂਲਾ ਨਾਲ ਪ੍ਰੂਵ ਕਰ ਚੁੱਕੇ ਹੋ, ਬਟ ਕਿਉਂਕਿ ਸਾਡੇ ਰਿਜ਼ਲਟ ਦੇ ਵਿੱਚ ਮੈਂਸ਼ਨ ਹੈ ਕਿ ਏਰੀਆ ਆਫ ਟ੍ਰਾਇੰਗਲ ਯੂਜ਼ਿੰਗ ਡਿਟਰਮੀਨੈਂਟ, ਸੋ ਉਹਦੇ ਅਕੋਰਡਿੰਗ ਅਸੀਂ ਇਹ ਜਿਹੜਾ ਕਨਸੈਪਟ ਜਿਹੜਾ ਵਾ ਪੜ੍ਹਿਆ ਹੈ। ਸਾਨੂੰ ਕਲੀਅਰ ਹੋਣਾ ਚਾਹੀਦਾ ਕਿ ਅਕੋਰਡਿੰਗ ਟੂ ਡਿਟਰਮੀਨੈਂਟ ਅਸੀਂ ਕੋਲੀਨੀਅਰ ਪੁਆਇੰਟ ਕਿਵੇਂ ਫਾਈਂਡ ਕਰ ਲੈਂਦੇ ਆ ਤੇ ਏਰੀਆ ਆਫ ਟ੍ਰਾਇੰਗਲ ਕਿਵੇਂ ਫਾਈਂਡ ਕਰ ਲੈਂਦੇ। ਸੋ ਸਟੂਡੈਂਟਸ ਅੱਜ ਦੇ ਟੌਪਿਕ ਲਈ ਅਸੀਂ ਇੰਨਾ ਹੀ ਕਰਦੇ ਹਾਂ। ਨੈਕਸਟ ਟੌਪਿਕ 'ਚ ਅਸੀਂ ਫੇਰ ਮਿਲਾਂਗੇ। ਇਸ ਤੋਂ ਬਾਅਦ ਅਸੀਂ ਅਡਜੋਇੰਟ ਆਫ ਮੈਟ੍ਰਿਕਸ ਤੇ ਡਿਟਰਮੀਨੈਂਟ ਆਫ ਮੈਟ੍ਰਿਕਸ ਤੇ ਅਡਜੋਇੰਟ ਆਫ ਮੈਟ੍ਰਿਕਸ ਦੇ ਰਿਲੇਟਡ ਕੁਝ ਰਿਜ਼ਲਟ ਜਿਹੜੇ ਆ ਉਹ ਪੜਾਂਗੇ। ਤੁਹਾਨੂੰ ਇਹ ਸਾਡਾ ਲੈਕਚਰ ਕਿਵੇਂ ਦਾ ਲੱਗਾ, ਇਹਦੇ ਬਾਰੇ ਆਪਣੇ ਵਿਊਜ਼ ਤੇ ਆਪਣੇ ਸੁਜੈਸ਼ਨਸ ਜ਼ਰੂਰ ਦਿਓ। ਇਹਦੇ ਵਿੱਚ ਹੋਰ ਅਸੀਂ ਕਿਹੜੇ ਟੌਪਿਕ ਜਿਹੜੇ ਐਡ ਕਰ ਸਕਦੇ ਹਾਂ। ਜੇ ਤੁਹਾਨੂੰ ਸਾਡਾ ਲੈਕਚਰ ਚੰਗਾ ਲੱਗਿਆ ਹੈ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਇਸ ਚੈਨਲ ਨੂੰ ਜ਼ਰੂਰ ਕਰ ਦਿਓ। ਇਸ ਤੋਂ ਬਾਅਦ ਤੁਹਾਨੂੰ ਥੋੜੇ ਜਿਹੇ ਸਮ ਦਿੱਤੇ ਜਾਣਗੇ, ਕੋਸ਼ਿਸ਼ ਕਰਿਓ ਕਿ ਸਮ ਸੋਲਵ ਕਰੋ। ਜੇ ਕਿਸੇ ਸਮ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਹੈ ਤੁਸੀਂ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ ਤੇ ਟਰਾਈ ਕਰਾਂਗੇ ਕਿ ਉਹਦੀ ਵੀਡੀਓ ਬਣਾ ਕੇ ਅਪਲੋਡ ਕਰ ਦਿੱਤੀ ਜਾਵੇ। ਥੈਂਕ ਯੂ।